ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕਾ ਦੇ ਸਕੂਲਾਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਧਣ ਕਾਰਨ ਪੁਲਿਸ ਤੈਨਾਤ। ਯੂਕਰੇਨ ਵਿੱਚ ਪਰਮਾਣੂ ਹਥਿਆਰ ਵਰਤੇ ਜਾਣ ਖਿਲਾਫ ਅਮਰੀਕਾ ਵੱਲੋਂ ਰੂਸ ਨੂੰ ਚੇਤਾਵਨੀ। ਅਮਰੀਕਾ ਫੌਜ ਲਈ ਮਿਆਰਬੰਦ ਵਰਦੀ ਨੀਤੀ ਦੀ ਸਿਫਾਰਿਸ਼। ਡਾਲਰ ਮੁਕਾਬਲੇ ਰੁਪਏ ਵਿੱਚ ਵੱਡੀ ਗਿਰਾਵਟ, ਪਹੁੰਚਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੇ। ਅਮਰੀਕਾ ਵਿੱਚ ਪੰਜਾਬੀਆਂ ਤੇ ਵੱਧ ਰਹੇ ਹਮਲੇ ਚਿੰਤਾ ਦਾ ਵਿਸ਼ਾ। ਅਮਰੀਕਾ ਦੇ ਨਾਂ ਤੇ ਮੋਟੀਆਂ ਰਕਮਾਂ ਵਸੂਲਣ ਵਾਲੇ ਗਿਰੋਹ ਦਾ ਪਰਦਾਫਾਸ਼। ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ। ਗੋਲੀਬਾਰੀ ਦੀਆਂ ਘਟਨਾਵਾਂ ਵਧਣ ਤੋਂ ਬਾਅਦ ਅਮਰੀਕਾ ਦੇ ਸਕੂਲਾਂ ਵਿੱਚ ਪੁਲਿਸ ਤੈਨਾਤ ਕਰ ਦਿੱਤੀ ਗਈ ਹੈ, ਪਰ ਕੁਝ ਸਕੂਲਾਂ ਵਿੱਚ ਇਸ ਦਾ ਮਾੜਾ ਅਸਰ ਬੱਚਿਆਂ ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਜੌਨ ਹੌਪਕਿੰਸ ਯੂਨੀਵਰਸਿਟੀ ਦੀ ਇੱਕ ਖੋਜ ਦੇ ਵਿੱਚ ਸਾਹਮਣੇ ਆਇਆ ਕਿ ਜ਼ਿਆਦਾ ਪੁਲਿਸ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਦੇਖ ਕੇ ਬੱਚੇ ਸਕੂਲ ਨੂੰ ਜੇਲ੍ਹ ਸਮਝਣਾ ਸ਼ੁਰੂ ਕਰ ਦਿੰਦੇ ਨੇ। ਪ੍ਰੀਖਿਆ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ, ਕਈ ਬੱਚਿਆਂ ਨੇ ਸਕੂਲ ਆਉਣਾ ਬੰਦ ਕਰ ਦਿੱਤਾ ਹੈ। ਅਜਿਹੇ ਬੱਚੇ ਸਕੂਲ ਪਾਸ ਕਰਨ ਤੋਂ ਬਾਅਦ ਕਾਲਜ ਵਿੱਚ ਦਾਖਲਾ ਨਹੀਂ ਲੈਂਦੇ ਅਤੇ ਅੱਗੇ ਪੜ੍ਹਾਈ ਜਾਰੀ ਨਹੀਂ ਰੱਖਦੇ। ਸਕੂਲ ਵਿੱਚ ਉੱਚ ਸੁਰੱਖਿਆ ਕਾਰਨ ਬੱਚਿਆਂ ਦੀ ਪੜ੍ਹਨ ਅਤੇ ਸਿੱਖਣ ਦੀ ਇੱਛਾ ਵਿੱਚ ਕਮੀ ਆਉਂਦੀ ਹੈ। ਬੱਚੇ ਮੰਨਦੇ ਨੇ ਕਿ ਇੰਨੀ ਜ਼ਿਆਦਾ ਸੁਰੱਖਿਆ ਅਤੇ ਨਿਗਰਾਨੀ ਦੇ ਵਿਚਕਾਰ ਸਕੂਲ ਦਾ ਅਨੁਭਵ ਪਰੇਸ਼ਾਨ ਕਰ ਦੇਣ ਵਾਲਾ ਬਣ ਜਾਂਦਾ ਹੈ। ਖੋਜ ਵਿੱਚ ਸ਼ਾਮਿਲ ਓਡੀਸ ਜੌਨਸਨ ਦੇ ਮੁਤਾਬਿਕ ਬੱਚਿਆਂ ਵਿੱਚ ਸਕੂਲ ਜਾਣ ਦਾ ਡਰ ਪੈਦਾ ਕੀਤਾ ਜਾ ਰਿਹਾ ਹੈ। ਖੋਜ ਅਨੁਸਾਰ ਪੁਲਿਸ ਮੁਲਾਜ਼ਮਾਂ ਸਕੂਲ ਵਿੱਚ ਕਾਲੇ ਬੱਚਿਆਂ ਦੀ ਨਿਗਰਾਨੀ ਦੂਜੇ ਬੱਚਿਆਂ ਨਾਲੋਂ 4 ਗੁਣਾ ਵੱਧ ਕਰਦੇ ਨੇ। ਸਕੂਲ ਵਿੱਚ ਬੱਚਿਆਂ ਦੀ ਮੈਟਲ ਡਿਟੈਕਟਰ ਨਾਲ ਜਾਂਚ ਕੀਤੀ ਜਾਂਦੀ ਹੈ ਅਤੇ ਡਰੱਗ ਟੈਸਟਿੰਗ ਵੀ ਕੀਤੀ ਜਾਂਦੀ ਹੈ। ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਐਤਵਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਯੂਕਰੇਨ ਵਿੱਚ ਕਿਸੇ ਤਰ੍ਹਾਂ ਦੇ ਪਰਮਾਣੂ ਹਥਿਆਰ ਦੀ ਵਰਤੋਂ ਕੀਤੀ ਗਈ ਤਾਂ ਉਸ ਵੱਲੋਂ ਰੂਸ ਦੇ ਫੈਸਲਾਕੁਨ ਜਵਾਬ ਦਿੱਤਾ ਜਾਵੇਗਾ ਅਤੇ ਮਾਸਕੋ ਨੂੰ ਇਸ ਦੇ ਘਾਤਕ ਨਤੀਜਿਆਂ ਦਾ ਸਾਹਮਣਾ ਵੀ ਕਰਨਾ ਪਵੇਗਾ। ਸੁਲੀਵਨ ਦੀ ਇਹ ਟਿੱਪਣੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਬੀਤੇ ਦਿਨੀ ਪਰਮਾਣੂ ਧਮਕੀ ਦਿੱਤੇ ਜਾਣ ਮਗਰੋਂ ਆਈਆਂ ਹਨ। ਬੁੱਧਵਾਰ ਨੂੰ ਦਿੱਤੇ ਭਾਸ਼ਣ ਵਿੱਚ ਪੁਤਿਨ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਪਣੇ ਦੇਸ਼ ਦੀ ਪਹਿਲੀ ਜੰਗੀ ਫੌਜੀ ਲਾਮਬੰਦੀ ਦਾ ਐਲਾਨ ਵੀ ਕੀਤਾ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਗਠਿਤ ਇੱਕ ਕਮਿਸ਼ਨ ਨੇ ਸਿਫਾਰਿਸ਼ ਕੀਤੀ ਹੈ ਕਿ ਅਮਰੀਕੀ ਸੈਨਾ ਦੀਆਂ ਸਾਰੀਆਂ ਸ਼ਾਖਾਵਾਂ ਨੂੰ ਇੱਕ ਮਿਆਰਬੰਦ ਵਰਦੀ ਨੀਤੀ ਅਪਣਾਉਣੀ ਚਾਹੀਦੀ ਹੈ ਜੋ ਸੈਨਿਕਾਂ ਨੂੰ ਦਸਤਾਰ ਸਜਾਉਣ, ਦਾੜੀ ਰੱਖਣ, ਹਿਜਾਬ ਤੇ ਟੋਪੀ ਪਹਿਨਣ ਜਿਹੀਆਂ ਆਪਣੀਆਂ ਧਾਰਮਿਕ ਰੀਤਾਂ ਦਾ ਪਾਲਣ ਕਰਨ ਦੀ ਇਜਾਜ਼ਤ ਦਿੰਦੀ ਹੋਵੇ। ਏਸ਼ੀਆਈ ਅਮਰੀਕੀ ਹਵਾਈ ਦੇ ਮੂਲ ਨਿਵਾਸੀ ਤੇ ਪ੍ਰਸ਼ਾਂਤ ਦੀਪ ਸਮੂਹ ਵਿੱਚ ਰਹਿਣ ਵਾਲੇ ਵੱਖ-ਵੱਖ ਧਾਰਮਿਕ ਫਿਰਕਿਆਂ ਦੇ ਲੋਕਾਂ ਉੱਤੇ ਰਾਸ਼ਟਰਪਤੀ ਦੇ ਸਲਾਹਕਾਰ ਕਮਿਸ਼ਨ ਨੇ ਸ਼ੁੱਕਰਵਾਰ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿੱਚ 12 ਮਈ ਨੂੰ ਮਨਜ਼ੂਰ ਕੀਤੀਆਂ ਗਈਆਂ ਸਿਫਾਰਸ਼ਾਂ ਦਾ ਵੇਰਵਾ ਦਿੱਤਾ ਗਿਆ ਹੈ। ਦਰਅਸਲ ਅਮਰੀਕੀ ਸੈਨਾ ਦੇ 1981 ਵਿੱਚ ਜਾਰੀ ਵਰਦੀ ਸੰਬੰਧੀ ਦਿਸ਼ਾ ਨਿਰਦੇਸ਼ਾਂ ਤਹਿਤ ਸੈਨਿਕਾਂ ਦੇ ਦਸਤਾਰ ਸਜਾਉਣ, ਦਾੜੀ ਰੱਖਣ, ਹਿਜਾਬ ਤੇ ਯਹੂਦੀ ਪੁਰਸ਼ਾਂ ਵੱਲੋਂ ਪਹਿਨੀ ਜਾਣ ਵਾਲੀ ਵਿਸ਼ੇਸ਼ ਟੋਪੀ ਪਹਿਨਣ ਉੱਤੇ ਰੋਕ ਲਾ ਦਿੱਤੀ ਗਈ ਸੀ, ਪਰ ਅਮਰੀਕੀ ਥਲ ਸੈਨਾ ਤੇ ਹਵਾਈ ਸੈਨਾ ਨੇ 2017 ਤੇ 2020 ਵਿੱਚ ਆਪਣੀ ਵਰਦੀ ਨੀਤੀ ਵਿੱਚ ਬਦਲਾਅ ਕਰਦਿਆਂ ਸੈਨਿਕਾਂ ਨੂੰ ਆਪੋ ਆਪਣੀ ਧਾਰਮਿਕ ਆਸਥਾ ਦੀਆਂ ਚੀਜ਼ਾਂ ਪਹਿਨਣ ਦੀ ਇਜਾਜ਼ਤ ਦੇ ਦਿੱਤੀ ਸੀ। ਰਾਸ਼ਟਰਪਤੀ ਵੱਲੋਂ ਗਠਿਤ ਕਮਿਸ਼ਨ ਨੇ ਕਿਹਾ, ਹੁਣ ਸੈਂਕੜੇ ਸੈਨਿਕ ਵਰਤਮਾਨ ਵਿੱਚ ਅਮਰੀਕੀ ਥਲ ਤੇ ਹਵਾਈ ਸੈਨਾ ਵਿੱਚ ਆਪਣੀ ਧਾਰਮਿਕ ਆਸਥਾ ਦਾ ਪਾਲਣ ਕਰਦਿਆਂ ਨੌਕਰੀ ਕਰ ਸਕਦੇ ਨੇ। ਕਮਿਸ਼ਨ ਨੇ ਕਿਹਾ, ਪਰ ਅਮਰੀਕੀ ਜਲ ਸੈਨਾ ਨੇ ਸੈਨਿਕਾਂ ਨੂੰ ਸੀਮਿਤ ਦਾਇਰੇ ਤਹਿਤ ਹੀ ਆਪਣੀ ਧਾਰਮਿਕ ਆਸਥਾ ਦਾ ਪਾਲਣ ਕਰਨ ਦੀ ਇਜਾਜ਼ਤ ਦਿੱਤੀ ਹੈ। ਸਿੱਟੇ ਵਜੋਂ ਉਹਨਾਂ ਨੂੰ ਆਪਣੇ ਦੇਸ਼ ਦੀ ਸੇਵਾ ਕਰਨ ਲਈ ਆਪਣੀ ਧਾਰਮਿਕ ਮਾਨਤਾ ਦਾ ਉਲੰਘਣ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਮਿਸ਼ਨ ਨੇ ਕਿਹਾ ਕਿ ਸੈਨਾ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਧਾਰਮਿਕ ਵਿਸ਼ਵਾਸ ਨੂੰ ਮੰਨਣ ਦੀ ਇਜਾਜ਼ਤ ਦੇਣ ਵਿੱਚ ਪ੍ਰਕਿਰਿਆ ਅਤੇ ਨੀਤੀ ਵਿੱਚ ਫਰਕ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ਰੁਪਏ ਦੀ ਗਿਰਾਵਟ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸੇ ਵਿਚਾਲੇ ਸੋਮਵਾਰ ਨੂੰ ਰੁਪਈਆ ਆਲ ਟਾਈਮ ਲੋਅ ਤੇ ਖੁੱਲਿਆ। ਅੱਜ ਡਾਲਰ ਦੇ ਮੁਕਾਬਲੇ ਰੁਪਏ ਵਿੱਚ ਜ਼ਬਰਦਸਤ ਗਿਰਾਵਟ ਤੋਂ ਬਾਅਦ ਇਹ ਰਿਕਾਰਡ ਹੇਠਲੇ ਪੱਧਰ ਤੇ ਆ ਗਿਆ। ਸ਼ੁੱਕਰਵਾਰ ਨੂੰ ਰੁਪਈਆ 80.90 ਰੁਪਏ ਪ੍ਰਤੀ ਡਾਲਰ ਤੇ ਖੁੱਲਿਆ ਸੀ ਅਤੇ ਅੱਜ ਇਹ 62 ਪੈਸੇ ਦੀ ਗਿਰਾਵਟ ਦੇ ਨਾਲ 81.52 ਤੇ ਖੁੱਲਿਆ। ਗਿਰਾਵਟ ਦੇ ਚਲਦਿਆਂ ਹੀ ਰੁਪਈਆ ਰਿਕਾਰਡ ਹੇਠਲੇ ਪੱਧਰ ਤੇ 81.55 ਤੱਕ ਆ ਡਿੱਗਿਆ ਅਤੇ ਡਾਲਰ ਦੇ ਮੁਕਾਬਲੇ ਇਸ ਦੀ ਕਮਜ਼ੋਰੀ ਵੱਧ ਗਈ। ਗਲੋਬਲ ਕਰੰਸੀ ਵਿੱਚ ਜਾਰੀ ਭਾਰੀ ਗਿਰਾਵਟ ਰੁਪਏ ਤੇ ਆਪਣਾ ਬੁਰਾ ਪ੍ਰਭਾਵ ਪਾ ਰਹੀ ਹੈ। ਡਾਲਰ ਦੇ ਮੁਕਾਬਲੇ ਲਗਭਗ ਸਾਰੀਆਂ ਮੇਜਰ ਕਰੰਸੀਆਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਰੁਪਏ ਵਿੱਚ ਜ਼ੋਰਦਾਰ ਗਿਰਾਵਟ ਦਿਖਾਉਂਦੀ ਹੈ ਕਿ ਇਸ ਸਮੇਂ ਵਿਦੇਸ਼ੀ ਨਿਵੇਸ਼ਕ ਏਸ਼ੀਆਈ ਬਾਜ਼ਾਰਾਂ ਤੋਂ ਪੈਸੇ ਕੱਢ ਰਹੇ ਨੇ। ਏਸ਼ੀਆਈ ਬਾਜ਼ਾਰਾਂ ਦੇ ਲਈ ਦਬਾਅ ਇੱਕ ਵਾਰ ਫਿਰ ਵੱਧ ਰਿਹਾ ਹੈ।
ਅਤੇ ਇਸ ਦਾ ਮੁੱਖ ਕਾਰਨ ਹੈ ਕਿ ਦੋ ਪ੍ਰਮੁੱਖ ਕਰੰਸੀਆਂ ਗਿਰਾਵਟ ਦੇ ਦਾਇਰੇ ਵਿੱਚ ਚੱਲ ਰਹੀਆਂ ਨੇ। ਡਾਲਰ ਦੀ ਮਜ਼ਬੂਤੀ ਦੇ ਚਲਦਿਆਂ ਯੇਨ ਤੇ ਯੂਆਨ ਦੋਵੇਂ ਕਰੰਸੀਆਂ ਵਿੱਚ ਜ਼ਬਰਦਸਤ ਗਿਰਾਵਟ ਵੇਖੀ ਜਾ ਰਹੀ ਹੈ। ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਅਮਰੀਕਾ ਵਿੱਚ ਪੰਜਾਬੀਆਂ ਉੱਤੇ ਵੱਧ ਰਹੇ ਹਮਲੇ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਸਮੁੱਚੇ ਅਮਰੀਕਾ ਨੂੰ ਕ੍ਰਾਈਮ ਦੀ ਲਹਿਰ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਅਸੀਂ ਪਿਛਲੇ 2-3 ਸਾਲ ਤੋਂ ਇਸ ਸੰਬੰਧੀ ਆਪਣੀ ਕਮਿਊਨਿਟੀ ਨੂੰ ਜਾਗਰੂਕ ਕਰ ਰਹੇ ਹਾਂ, ਪਰ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਅਸੀਂ ਬਲੈਕ ਲਾਈਵਜ਼ ਮੈਟਰ ਜਾਂ ਹੋਰ ਮੁੱਦੇ ਉੱਤੇ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਪਰ ਅਸੀਂ ਸਿੱਖ ਲਾਈਫ ਮੈਟਰ ਜਾਂ ਆਲ ਲਾਈਫ ਮੈਟਰ ਉੱਤੇ ਇਕੱਠੇ ਨਹੀਂ ਹੋ ਸਕੇ। ਚੇਅਰਮੈਨ ਸਰਦਾਰ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਮਨ ਨੂੰ ਬਹੁਤ ਦੁੱਖ ਲੱਗਦਾ ਹੈ ਜਦੋਂ ਸਾਡੀ ਕਮਿਊਨਿਟੀ ਦੇ ਕਿਸੇ ਨੌਜਵਾਨ ਜਾਂ ਅਮਰੀਕੀ ਵਿਅਕਤੀ ਉੱਤੇ ਹਮਲਾ ਹੁੰਦਾ ਹੈ ਜਾਂ ਉਸ ਨੂੰ ਨਸਲ ਦੇ ਆਧਾਰ ਤੇ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਜੋ ਦਰਦਨਾਕ ਕੇਸ ਸਾਹਮਣੇ ਆਇਆ ਹੈ ਜਿਸ ਵਿੱਚ ਪੰਜਾਬੀ ਨੌਜਵਾਨ ਹਮਲਾ ਕਰਨ ਵਾਲਿਆਂ ਨੂੰ ਇੱਥੋਂ ਤੱਕ ਕਹਿ ਰਿਹਾ ਕਿ ਜੋ ਕੁਝ ਚਾਹੀਦਾ ਹੈ ਇੱਥੋਂ ਲੈ ਜਾਓ ਪਰ ਗੋਲੀ ਨਾ ਮਾਰੋ, ਪਰ ਫਿਰ ਵੀ ਉਸ ਨੂੰ ਮਾਰ ਦਿੱਤਾ ਜਾਂਦਾ ਹੈ। ਪੰਜਾਬੀ, ਪਾਕਿਸਤਾਨੀ ਜਾਂ ਕਹਿ ਲਵੋ ਏਸ਼ੀਅਨ ਆਪਣਾ ਸਾਰਾ ਪੈਸਾ ਖਰਚ ਕਰਕੇ ਇੱਥੇ ਵਧੀਆ ਭਵਿੱਖ ਦੀ ਆਸ ਵਿੱਚ ਆਉਂਦੇ ਨੇ। ਸਟੋਰਾਂ ਵਿੱਚ ਜਾਂ ਬਹੁਤ ਸਾਰੇ ਮਿਹਨਤ ਵਾਲੇ ਕੰਮ ਕਰਕੇ ਜੀਵਨ ਬਸਰ ਕਰ ਰਹੇ ਨੇ। ਉਹਨਾਂ ਨਾਲ ਜੋ ਭਾਣਾ ਵਾਪਰ ਰਿਹਾ ਹੈ ਉਹ ਚਿੰਤਾ ਦਾ ਵਿਸ਼ਾ ਹੈ। ਪੱਛਮੀ ਬੰਗਾਲ ਪੁਲਿਸ ਨੇ ਅੰਤਰਰਾਸ਼ਟਰੀ ਅਗਵਾ ਗਰੋਹ ਦਾ ਪਰਦਾਫਾਸ਼ ਕਰਦੇ ਹੋਏ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜੋ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਨੂੰ ਅਮਰੀਕਾ ਭੇਜਣ ਦਾ ਵਾਅਦਾ ਕਰਕੇ ਕੋਲਕਾਤਾ ਲੈ ਜਾਂਦੇ ਸਨ ਅਤੇ ਉਹਨਾਂ ਨੂੰ ਅਗਵਾ ਕਰਕੇ ਮੋਟੀਆਂ ਰਕਮਾਂ ਵਸੂਲਦੇ ਸਨ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗਰੋਹ ਵਿੱਚ ਸ਼ਾਮਿਲ ਸੁਰੇਸ਼ ਸਿਨਹਾ, ਰਾਕੇਸ਼ ਪ੍ਰਸਾਦ ਸਿਨਹਾ ਤੇ ਧੀਰਜ ਦਾਸ ਨੂੰ ਗ੍ਰਿਫਤਾਰ ਕਰਕੇ ਵਿਮਾਨ ਬੰਦਰ ਇਲਾਕੇ ਤੋਂ ਐਤਵਾਰ ਤੜਕੇ 18 ਨੌਜਵਾਨਾਂ ਨੂੰ ਛੁਡਾਇਆ ਗਿਆ। ਉਹਨਾਂ ਦੱਸਿਆ ਕਿ NSCB-IA ਥਾਣੇ ਨੂੰ 16 ਸਤੰਬਰ ਨੂੰ ਹਰਿਆਣਾ ਵਾਸੀ ਨਰੇਸ਼ ਕੁਮਾਰ ਦੀ ਸ਼ਿਕਾਇਤ ਮਿਲੀ ਸੀ ਕਿ ਉਸ ਦਾ ਪੁੱਤਰ ਅਮਰੀਕਾ ਵਿੱਚ ਨੌਕਰੀ ਦੀ ਪੇਸ਼ਕਸ਼ ਦੇ ਸਿਲਸਿਲੇ ਵਿੱਚ ਕੋਲਕਾਤਾ ਆਉਣ ਤੋਂ ਬਾਅਦ ਪਿਛਲੇ ਮਹੀਨੇ ਤੋਂ ਲਾਪਤਾ ਹੈ। ਕੁਮਾਰ ਨੇ ਦੱਸਿਆ ਕਿ ਉਸ ਨੇ ਉਕਤ ਅਨੁਸਾਰਾਂ ਨੂੰ ਉਹਨਾਂ ਦੀ ਮੰਗ ਅਨੁਸਾਰ ਲਗਭਗ 40 ਲੱਖ ਰੁਪਏ ਅਦਾ ਕੀਤੇ ਨੇ। ਪੁਲਿਸ ਨੇ ਛਾਪੇਮਾਰੀ ਕਰਦਿਆਂ ਡਾਕਟਰ ਗੋਰੰਗ ਨਾਂ ਦੇ ਵਿਅਕਤੀ ਦੇ ਘਰੋਂ 18 ਨੌਜਵਾਨਾਂ ਨੂੰ ਬਰਾਮਦ ਕੀਤਾ ਜਿਨ੍ਹਾਂ ਨੂੰ ਉੱਥੇ ਅਗਵਾ ਕੀਤਾ ਹੋਇਆ ਸੀ। ਛੁਡਾਏ ਗਏ ਨੌਜਵਾਨਾਂ ਚੋਂ 8 ਨੂੰ ਘਰ ਪਰਤਣ ਦੀ ਇਜਾਜ਼ਤ ਦਿੱਤੀ ਗਈ ਹੈ ਕਿਉਂਕਿ ਉਹ ਕਈ ਦਿਨਾਂ ਤੱਕ ਅਗਵਾਕਾਰਾਂ ਵੱਲੋਂ ਬੰਦੀ ਬਣਾ ਕੇ ਰੱਖਣ ਤੋਂ ਬਾਅਦ ਮਾਨਸਿਕ ਤੌਰ ਤੇ ਪਰੇਸ਼ਾਨ ਸਨ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਤਹਿ ਤੱਕ ਜਾਣ ਲਈ ਹੋਰ 10 ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅਫਗਾਨਿਸਤਾਨ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਮੁਸ਼ਕਿਲ ਹਾਲਾਤ ਚੋਂ ਲੰਘ ਰਹੇ 55 ਸ਼ਰਨਾਰਥੀ ਸਿੱਖਾਂ ਅਤੇ ਹਿੰਦੂਆਂ ਦਾ ਜੱਥਾ ਐਤਵਾਰ ਨੂੰ ਦਿੱਲੀ ਪਹੁੰਚਿਆ। ਇਹਨਾਂ ਦੀ ਵਾਪਸੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਇੱਕ ਵਿਸ਼ੇਸ਼ ਉਡਾਨ ਦਾ ਪ੍ਰਬੰਧ ਕੀਤਾ ਗਿਆ। ਐਤਵਾਰ ਨੂੰ ਦਿੱਲੀ ਪਹੁੰਚੇ ਜੱਥੇ ਵਿੱਚ 38 ਬਾਲਗ ਅਤੇ 17 ਬੱਚੇ ਸ਼ਾਮਿਲ ਸਨ। ਰਾਜ ਸਭਾ ਮੈਂਬਰ ਅਤੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਮੁਖੀ ਵਿਕਰਮਜੀਤ ਸਿੰਘ ਸਾਹਨੀ ਨੇ ਇਹਨਾਂ ਸ਼ਰਨਾਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਉਹਨਾਂ ਨੂੰ ਜਲਦੀ ਵੀਜ਼ੇ ਦੇਣ ਅਤੇ ਦੋਵਾਂ ਸਰਕਾਰਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਕਾਰਨ ਇਹਨਾਂ ਪਰਿਵਾਰਾਂ ਦੀ ਆਮਦ ਸੰਭਵ ਹੋ ਸਕੀ। ਰਾਜ ਸਭਾ ਸੰਸਦ ਮੈਂਬਰ ਨੇ ਕਿਹਾ ਕਿ ਆਖਰੀ ਜੱਥੇ ਦੀ ਆਮਦ ਨੂੰ ਲੈ ਕੇ ਉਹ ਲਗਾਤਾਰ ਵਿਦੇਸ਼ ਮੰਤਰਾਲੇ ਨਾਲ ਸੰਪਰਕ ਵਿੱਚ ਸਨ। ਉਹਨਾਂ ਨੇ ਇਹਨਾਂ ਸ਼ਰਨਾਰਥੀ ਪਰਿਵਾਰਾਂ ਦੇ ਮੁਫਤ ਕਿਰਾਏ ਤੇ ਰਿਹਾਇਸ਼, ਮਹੀਨਾਵਾਰ ਖਰਚੇ, ਸਿਖਲਾਈ, ਸਿਹਤ ਬੀਮਾ ਪ੍ਰਦਾਨ ਕਰਨ ਅਤੇ ਨੌਜਵਾਨਾਂ ਨੂੰ ਸਿੱਖਿਅਤ ਕਰਨ ਦਾ ਭਰੋਸਾ ਦਿਵਾਇਆ। ਇਸ ਤੋਂ ਪਹਿਲਾਂ 543 ਅਫਗਾਨੀ ਹਿੰਦੂ ਅਤੇ ਸਿੱਖ ਪਰਿਵਾਰਾਂ ਨੂੰ ਮੇਰਾ ਪਰਿਵਾਰ ਮੇਰੀ ਜ਼ਿੰਮੇਵਾਰੀ ਪ੍ਰੋਗਰਾਮ ਤਹਿਤ ਪੱਛਮੀ ਦਿੱਲੀ ਵਿੱਚ ਵਸਾਇਆ ਗਿਆ ਹੈ। ਆਪ ਦੇ ਪ੍ਰਚਾਰ ਲਈ ਅਹਿਮਦਾਬਾਦ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੀ ਅੰਦਾਜ਼ ਵਿੱਚ ਭਾਜਪਾ ਤੇ ਹਮਲਾ ਬੋਲਿਆ। ਮਾਨ ਨੇ ਕਿਹਾ ਕਿ ਜਿੱਥੇ ਭਾਜਪਾ ਚੋਣਾਂ ਰਾਹੀਂ ਸਰਕਾਰ ਨਹੀਂ ਬਣਾ ਸਕੀ ਉੱਥੇ ਜ਼ਿਮਨੀ ਚੋਣਾਂ ਕਰਕੇ ਸਰਕਾਰ ਬਣਾਈ ਹੈ। CM ਮਾਨ ਨੇ ਕਿਹਾ ਕਿ ਉਹਨਾਂ ਵਿੱਚ ਹਉਮੈ ਆ ਗਈ ਹੈ, ਹੁਣ ਸਮਾਂ ਆ ਗਿਆ ਕਿ ਤੁਸੀਂ ਸਾਰੇ ਵਕਤ ਨਾਲ ਚੱਲੋ। ਉਹਨਾਂ BJP ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਲੋਕ ਵਕਤ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਨੇ। ਮਾਨ ਨੇ ਕਿਹਾ ਕਿ ਆਮ ਆਦਮੀ ਹਰ ਚੀਜ਼ ਤੇ ਟੈਕਸ ਅਦਾ ਕਰਦਾ ਹੈ। ਜੇ ਉਹ ਪੱਖੇ ਦੇ ਹੇਠਾਂ ਸੋ ਰਿਹਾ ਹੈ ਤਾਂ ਉਹ ਟੈਕਸ ਅਦਾ ਕਰਦਾ ਹੈ। ਜੇ ਅਸੀਂ ਇੰਨਾ ਟੈਕਸ ਭਰਦੇ ਹਾਂ ਤਾਂ ਖਜ਼ਾਨਾ ਖਾਲੀ ਕਿਵੇਂ ਹੁੰਦਾ ਹੈ? ਮੁੱਖ ਮੰਤਰੀ ਨੇ ਕਿਹਾ ਕਿ ਨੇਤਾਵਾਂ ਲਈ ਖਜ਼ਾਨਾ ਖਾਲੀ ਨਹੀਂ ਹੁੰਦਾ ਤਾਂ ਲੋਕਾਂ ਲਈ ਖਜ਼ਾਨਾ ਖਾਲੀ ਹੋ ਜਾਂਦਾ ਹੈ। ਫਿਰ ਇਸ ਨੂੰ ਖਜ਼ਾਨਾ ਕਿਵੇਂ ਕਹਿ ਸਕਦੇ ਹਾਂ? ਇਸ ਨੂੰ ਅਲਮਾਰੀ ਕਹੋ। ਉਹਨਾਂ ਕਿਹਾ ਕਿ ਸਾਨੂੰ ਸਿਆਸਤ ਵਿੱਚ ਆਉਣ ਦੀ ਕੀ ਲੋੜ ਸੀ। ਅਰਵਿੰਦ ਕੇਜਰੀਵਾਲ ਇਨਕਮ ਟੈਕਸ ਕਮਿਸ਼ਨਰ ਸਨ, ਮੈਂ ਕਮੇਡੀਅਨ ਸੀ ਜਦੋਂ ਅਸੀਂ ਅੰਦੋਲਨ ਕਰ ਰਹੇ ਸੀ ਅਤੇ ਸਾਰੇ ਮੁੱਦੇ ਉਠਾ ਰਹੇ ਸੀ, ਇਸ ਲਈ ਇਹ ਲੋਕ ਸਾਨੂੰ ਮਿਹਣੇ ਮਾਰਦੇ ਨੇ। ਉਸ ਤੋਂ ਬਾਅਦ ਅਸੀਂ ਰਾਜਨੀਤੀ ਵਿੱਚ ਆ ਗਏ। CM ਮਾਨ ਨੇ ਕਿਹਾ ਕਿ ਨੌਜਵਾਨਾਂ ਵਿੱਚ ਵੱਡੀ ਤਾਕਤ ਹੈ। ਪਹਿਲਾਂ ਅਜਿਹਾ ਸਮਾਂ ਸੀ ਜਦੋਂ ਘਰ ਦੇ ਬਜ਼ੁਰਗਾਂ ਦੇ ਕਹਿਣ ਤੇ ਵੋਟਾਂ ਪਾਈਆਂ ਜਾਂਦੀਆਂ ਸਨ। ਸਾਲਾਂ ਤੋਂ ਅਜਿਹਾ ਹੁੰਦਾ ਆ ਰਿਹਾ ਹੈ।
पर हुण समां बदल गया है। इस वार अपनी मर्जी की वोट पाओ। उन्होंने अपने ही अंदाज में कहा कि मैं भाजपा वालियां नूं दसना चाहुंदा कि असीं आम आदमी पार्टी के लोग हाँ, असीं काफ़ी डंडे खा लए ने। गुजरात तो बीजेपी की सरकार जाण वाली है। जांदे जांदे ये तां दस देण कि चंगे दिन कदों आउण वाले ने। पुलिस और सुरक्षा एजेंसियों की सख्त मेहनत के बावजूद सरहदी इलाकों में अपन गतिविधियों को अंजाम दे रहे वड्डे समगलर के करिंदे चिट्टे खिलाफ जारी जंग को कमज़ोर कर रहे हैं। पंजाब को उड़ता पंजाब बनाने की फिराक विच ने। इसलिए कोई शक नहीं कि सिटी पुलिस और देहाती पुलिस वालों नशा समगलर खिलाफ सख्त कार्रवाई की जा रही है। हर रोज़ नशिया खिलाफ सख्त मुहिम चलाई जा रही है। पर एक प्रकार तो BOP तनोआ खुर्द के इलाका एक हफ्ते दौरान 2 बार पाकिस्तानी ड्रोन राही हेरोइन सुट्टी जा चुकी है। यह साबित करता है कि चिट्टे की मंग नहीं घटी और चिट्टे की सप्लाई जारी है, जिसनों रोकने लई ना सिर्फ पुलिस सगों केंद्र और सूबा सरकार दीआं सारिया सुरक्षा एजेंसियों नूं एकजुट होना चाहिए और आपसी तालमेल नाल सख्त मुहिम चलाउण की लोड़ है, जो नहीं चलाई जा रही। चाइना मेड पाकिस्तानी ड्रोन इन्नी दिनी BSF ਲਈ ਵੱਡੀ सिरदर्दी बनया होया है। इसका सबूत इस तो मिलता है कि पाकिस्तानी ड्रोन BOP तनोआ खुर्द के इलाके में लगातार 2 बार मूवमेंट करके वापस परत्या और BSF की गोली ड्रोन को हेठा सुट्टण विच असफल रही। हालांकि ड्रोन को सुट्टण लई राइफल की गोली नहीं सगों एंटी ड्रोन तकनीक कारगर रहिंदी है, जो BSF को अजे तक नहीं है। इन्नी दिनी सरहदी कंडियाली तार के दोवें पासे झोने की फसल खड़ी है। खड़ी फसल की आड़ विच पाकिस्तानी और भारतीय खेतरों में गतिविधियां करने वाले हेरोइन समगलरां नूं आड़ मिल जाती है, क्योंकि इन्हां दिनां विच पाकिस्तानी खेतर विच भी झोने की फसल खड़ी है। सुरक्षा एजेंसियों की रिपोर्ट अनुसार खड़ी झोने की फसल के सीजन दौरान समगलर अपन गतिविधियां तेज़ कर रहे हैं, जिसके मद्देनज़र सारिया सुरक्षा एजेंसियां जिस विच मुख्य तौर पर फर्स्ट लाइन ऑफ डिफेंस पूरी तरह चौकस हैं। पठानकोट एयरबेस ते हुई हवाई हमले तो बाद पुलिस वालों सरहदी इलाकों में सैकेंड लाइन ऑफ डिफेंस बनाई गई, तो जो सुरक्षा नूं होर ज़्यादा मजबूत किया जा सके। पर बॉर्डर ते हेरोइन की लगातार आमद ये साबित कर रही है कि पुलिस की सैकेंड लाइन ऑफ डिफेंस पूरी तरह मजबूत नहीं। जेकर यह लाइन मजबूत होवे तो सरहदी खेतरों में सरगर्म समगलर फेंसिंग के आले दुआले फड़क नहीं सकते। यह साबित हो चुका है कि बॉर्डर फेंसिंग के आले दुआले रहने वाले कुछ किसान तस्कर के रूप में हेरोइन की खेप नूं इधर उधर करते हैं। बॉर्डर ते सख्ती के बाद हेरोइन समगलरां ने समुद्री रस्ते राही गुजरात और मुंबई दियां बंदरगाहां ते हेरोइन की वड्डी कंसाइनमेंट मंगवानी शुरू कर दी। डॉक्टर RI वालों गुजरात के मुद्रा बंदरगाह ते 3000 किलो हीरोइन और मुंबई की वख-वख बंदरगाहां ते 300 किलो की वड्डी खेप फड़न तो बाद एक बार फिर तस्करां ने पंजाब बॉर्डर वाल रुख कर लिया और वड्डी कंसाइनमेंट पार करवाउण की फिराक विच ने। पंजाब विधान सभा के विशेष इजलास तो एक दिन पहला पंजाब कैबिनेट की अहम बैठक सदी गई। ये बैठक मुख्यमंत्री भगवंत मान की रिहाइश विखे शाम को 4 बजे होने जा रही है। बैठक दौरान विधान सभा के विशेष इजलास दौरान लियादे जाने वाले मुद्दों पर मोहर लाई जा सकती है। दसणयोग है कि 22 सितंबर को भी पंजाब विधान सभा का सैशन दसिया गया सी, जिसनों पंजाब के राज्यपाल बनवारी लाल पुरोहित वालों रद्द कर दिता गया सी। इस तो बाद लगातार विधान सभा सैशन के मुद्दे ते सियासत पखी हुई है। पंजाब के राज्यपाल वालों जारी चिट्ठी मगरों 27 सितंबर को मुड़ विधान सभा का इजलास सद्या गया है। पंजाब के साबका मुख्यमंत्री कैप्टन अमरिंदर सिंह ने अज चंडीगढ़ हवाई अड्डे का नाम शहीद आजम भगत सिंह के नाम से रखने लई प्रधानमंत्री नरेंद्र मोदी का धन्यवाद किया। कैप्टन अमरिंदर सिंह ने कहा कि यह उन्होंने सरकार सी जिसने 2017 में मुख्यमंत्री वजों अहुदा संभालने तो बाद इस मामले की केंद्र कोल पैरवी की सी। उन्होंने कहा कि पंजाबियों की चिरोकनी मंग सी कि हवाई अड्डे का नाम शहीद भगत सिंह के नाम से रखा जाए, जो देश लई बहादुरी दलेरी और कुर्बानी के लामिसाल प्रतीक हैं। साबका मुख्यमंत्री ने कहा भगत सिंह देश के लखा नौजवानों लई एक प्रेरणा स्रोत हैं और ये उन्होंने महान ते शानदार याद नूं एक ढुकवीं श्रद्धांजलि होवेगी। भारतीय जनता पार्टी ने 26 सितंबर को चंडीगढ़ में अहम मीटिंग सद्दी, जिस विच पंजाब भाजपा के अहुदेदार हाजिर होए। दस्सिया जा रहा है कि भाजपा ने अज 2:30 ते चंडीगढ़ में भाजपा आगुआं की अहम मीटिंग बुलाई, जिस विच कई अहम मुद्दों पर चर्चा हुई। इस दौरान पंजाब सरकार नूं घेरन दीआं तैयारियां कीतियां जा रही ने। मीटिंग में साबका मुख्यमंत्री
ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਿਲ ਹੋਏ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ ਮਾਨ ਸਰਕਾਰ ਨੇ ਆਪਰੇਸ਼ਨ ਲੋਟਸ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਈ ਦੋਸ਼ ਲਗਾਏ ਨੇ ਅਤੇ ਇਸ ਮੁੱਦੇ ਨੂੰ ਲੈ ਕੇ ਸੂਬੇ ਵਿੱਚ ਸਿਆਸਤ ਗਰਮਾਈ ਹੋਈ ਹੈ। ਪੰਜਾਬ ਸਰਕਾਰ ਨੇ ਭਾਜਪਾ ਤੇ ਕਈ ਵਿਧਾਇਕਾਂ ਨੂੰ ਆਫਰ ਦੇਣ ਦੇ ਦੋਸ਼ ਲਗਾਏ ਨੇ ਤੇ ਨੇਤਾਵਾਂ ਦੀ ਖਰੀਦੋ ਫਰੋਖਤ ਦੇ ਇਲਜ਼ਾਮ ਵੀ ਲਗਾਏ ਨੇ। ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਆਪਣੇ ਕਰਮਚਾਰੀਆਂ ਨੂੰ ਵਿਦੇਸ਼ ਛੁੱਟੀ ਦੇਣ ਲਈ ਵਿਸ਼ੇਸ਼ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ, ਜਿਸ ਅਨੁਸਾਰ ਜੇਕਰ ਕਿਸੇ ਅਧਿਕਾਰੀ ਕਰਮਚਾਰੀ ਜਿਸ ਨੇ ਵਿਦੇਸ਼ ਛੁੱਟੀ ਅਪਲਾਈ ਕੀਤੀ ਹੋਵੇ ਵੱਲੋਂ ਵਿਦੇਸ਼ ਜਾ ਕੇ ਹੋਰ ਛੁੱਟੀ ਦੀ ਮੰਗ ਕੀਤੀ ਜਾਵੇਗੀ, ਪਰ ਵਿਸ਼ੇਸ਼ ਹਾਲਾਤ ਨੂੰ ਛੱਡ ਕੇ, ਜਿਵੇਂ ਕਿ ਕਰਮਚਾਰੀ ਨੇ ਆਪਣੇ ਇਲਾਜ ਜਾਂ ਉਸ ਦੇ ਖੂਨ ਦੇ ਰਿਸ਼ਤੇ ਵਾਲੇ ਮੈਂਬਰ ਦੇ ਇਲਾਜ ਲਈ ਕਿਸੇ ਨਾ ਕਿਸੇ ਟਾਲਣਯੋਗ ਸਥਿਤੀ ਦੇ ਪੁਖਤਾ ਸਬੂਤ ਪੇਸ਼ ਕਰਨ ਤੇ ਹੀ ਛੁੱਟੀ 'ਚ ਵਾਧੇ ਤੇ ਵਿਚਾਰ ਕੀਤਾ ਜਾ ਸਕੇਗਾ। ਗਾਈਡਲਾਈਨਸ ਵਿੱਚ ਕਿਹਾ ਗਿਆ ਹੈ ਕਿ ਸਬੰਧਤ ਅਧਿਕਾਰੀਆਂ ਕਰਮਚਾਰੀਆਂ ਵੱਲੋਂ ਛੁੱਟੀ ਵਿਦੇਸ਼ ਜਾਣ ਵੇਲੇ ਸਮੇਂ ਜ਼ਰੂਰੀ ਦਸਤਾਵੇਜ਼ ਪੇਸ਼ ਨਹੀਂ ਕੀਤੇ ਜਾਂਦੇ, ਜਿਸ ਕਾਰਨ ਇਸ ਤਰ੍ਹਾਂ ਦੇ ਮਾਮਲਿਆਂ ਦੇ ਨਿਬੇੜੇ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਾਰਵਾਈ ਵਿੱਚ ਦੇਰੀ ਹੁੰਦੀ ਹੈ। ਇਸ ਲਈ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਸਾਰੇ ਅਧਿਕਾਰੀ ਕਰਮਚਾਰੀ ਜਿਸ ਨੇ ਵਿਦੇਸ਼ ਛੁੱਟੀ ਵਿੱਚ ਵਾਧੇ ਲਈ ਅਪਲਾਈ ਕੀਤਾ ਹੈ ਵੱਲੋਂ ਆਪਣੀ ਅਰਜ਼ੀ ਨਾਲ ਵਿਭਾਗ ਵੱਲੋਂ ਜਾਰੀ ਪਰਫਾਰਮਾ ਵੀ ਮੁਕੰਮਲ ਤੌਰ ਤੇ ਭਰ ਕੇ ਪੇਸ਼ ਕੀਤਾ ਜਾਵੇਗਾ। S&P ਗਲੋਬਲ ਰੇਟਿੰਗਸ ਨੇ ਸੋਮਵਾਰ ਨੂੰ ਕਿਹਾ ਕਿ ਮੌਜੂਦਾ ਵਿੱਤੀ ਸਾਲ ਵਿੱਚ ਭਾਰਤ ਦੀ ਆਰਥਿਕ ਵਿਕਾਸ ਦਰ 7.3% ਰਹਿ ਸਕਦੀ ਹੈ। ਇਸ ਦੇ ਨਾਲ ਹੀ ਰੇਟਿੰਗ ਏਜੰਸੀ ਨੇ ਕਿਹਾ ਕਿ 2022 ਦੇ ਅੰਤ ਤੱਕ ਮਹਿੰਗਾਈ 6% ਤੋਂ ਵੱਧ ਰਹਿ ਸਕਦੀ ਹੈ। ਭਾਰਤੀ ਰਿਜ਼ਰਵ ਬੈਂਕ ਵੱਲੋਂ ਮਹਿੰਗਾਈ ਦੀ ਵੱਧ ਤੋਂ ਵੱਧ ਸੀਮਾ 6% ਤੈਅ ਕੀਤੀ ਗਈ ਹੈ, ਜਦਕਿ ਮਹਿੰਗਾਈ ਲਗਾਤਾਰ ਇਸ ਪੱਧਰ ਤੋਂ ਉੱਪਰ ਬਣੀ ਹੋਈ ਹੈ। S&P ਨੇ ਏਸ਼ੀਆ ਪੈਸੀਫਿਕ ਲਈ ਆਪਣੇ ਆਰਥਿਕ ਅਨੁਮਾਨ ਵਿੱਚ ਕਿਹਾ ਕਿ ਆਉਣ ਵਾਲੇ ਵਿੱਤੀ ਸਾਲ ਵਿੱਚ ਘਰੇਲੂ ਮੰਗ ਵਿੱਚ ਸੁਧਾਰ ਹੋਣ ਦੇ ਨਾਲ ਭਾਰਤ ਦੀ ਵਿਕਾਸ ਦਰ ਵਧੇਗੀ। S&P ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਵਿੱਤੀ ਸਾਲ 2022-2023 ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 7.3% ਅਤੇ ਅਗਲੇ ਵਿੱਤੀ ਸਾਲ ਲਈ 6.5% ਤੇ ਬਰਕਰਾਰ ਰੱਖਿਆ ਹੈ, ਪਰ ਇਸ ਵਿੱਚ ਕਮੀ ਹੋਣ ਦਾ ਖਤਰਾ ਵੀ ਬਣਿਆ ਹੋਇਆ ਹੈ। ਨੀਤੀਗਤ ਵਿਆਜ ਦਰਾਂ ਵਿਚਾਲੇ ਹੋਰ ਏਜੰਸੀਆਂ ਨੇ ਭਾਰਤ ਦੇ GDP ਵਿਕਾਸ ਦੀ ਭਵਿੱਖਬਾਣੀ ਕਰਦਿਆਂ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਫਿਚ ਰੇਟਿੰਗਸ ਨੇ ਚਾਲੂ ਵਿੱਤੀ ਸਾਲ ਲਈ ਵਿਕਾਸ ਦਰ ਦਾ ਅਨੁਮਾਨ ਪਹਿਲਾਂ 7.8% ਤੋਂ ਘਟਾ ਕੇ 7% ਕਰ ਦਿੱਤਾ ਸੀ। ਇੰਡੀਆ ਰੇਟਿੰਗ ਐਂਡ ਰਿਸਰਚ ਨੇ ਵੀ ਆਪਣੇ ਅਨੁਮਾਨ ਨੂੰ 7% ਤੋਂ ਘਟਾ ਕੇ 6.9% ਕਰ ਦਿੱਤਾ ਹੈ। ਏਸ਼ੀਆਈ ਵਿਕਾਸ ਬੈਂਕ ADB ਨੇ ਆਪਣੇ ਅਨੁਮਾਨ ਨੂੰ 7.5% ਤੋਂ ਘਟਾ ਕੇ 7% ਕਰ ਦਿੱਤਾ ਹੈ। ਭਾਰਤੀ ਰਿਜ਼ਰਵ ਬੈਂਕ RBI ਨੇ ਮੌਜੂਦਾ ਵਿੱਤੀ ਸਾਲ ਅਪ੍ਰੈਲ-ਮਾਰਚ ਵਿੱਚ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ 7.2% ਰਹਿਣ ਦੀ ਉਮੀਦ ਜਤਾਈ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੇ 81.52 ਦੇ ਰਿਕਾਰਡ ਹੇਠਲੇ ਪੱਧਰ ਤੱਕ ਡਿੱਗ ਜਾਣ ਨਾਲ ਕੱਚੇ ਤੇਲ ਅਤੇ ਹੋਰ ਜਿਣਸਾਂ ਦੀ ਦਰਾਮਦ ਮਹਿੰਗੀ ਹੋ ਜਾਵੇਗੀ, ਜਿਸ ਨਾਲ ਮਹਿੰਗਾਈ ਹੋਰ ਵੱਧ ਜਾਵੇਗੀ। ਮਹਿੰਗਾਈ ਪਹਿਲਾਂ ਤੋਂ ਹੀ ਭਾਰਤੀ ਰਿਜ਼ਰਵ ਬੈਂਕ RBI ਦੇ ਜ਼ਿਆਦਾਤਰ ਸੁਵਿਧਾਜਨਕ ਪੱਧਰ 6% ਤੋਂ ਉੱਪਰ ਬਣੀ ਹੋਈ ਹੈ। ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੇ ਵਿਆਜ ਦਰਾਂ ਨੂੰ ਵਾਰ-ਵਾਰ ਵਧਾਉਣ ਨਾਲ ਭਾਰਤੀ ਰੁਪਏ ਤੇ ਬਣਿਆ ਦਬਾਅ ਵਪਾਰ ਘਾਟਾ ਵਧਾਉਣ ਅਤੇ ਵਿਦੇਸ਼ੀ ਪੂੰਜੀ ਦੀ ਨਿਕਾਸੀ ਦੀ ਵਜ੍ਹਾ ਹੋਰ ਵਧਣ ਦਾ ਸ਼ੱਕ ਹੈ। RBI ਦੀ ਕਰੰਸੀ ਨੀਤੀ ਕਮੇਟੀ MPC ਇਸ ਹਫ਼ਤੇ ਦੇ ਅੰਤ ਵਿੱਚ ਦੁਮਾਹੀ ਕਰੰਸੀ ਨੀਤੀ ਦਾ ਐਲਾਨ ਕਰਨ ਵਾਲੀ ਹੈ। ਇਸ ਵਿੱਚ ਮਹਿੰਗਾਈ ਦੇ ਦਬਾਅ ਨੂੰ ਘੱਟ ਕਰਨ ਲਈ ਉਹ ਰੁਪਏ ਦਰ ਵਿੱਚ 0.50% ਦੇ ਵਾਧੇ ਦਾ ਫੈਸਲਾ ਕਰ ਸਕਦੀ ਹੈ। ਭਾਰਤ ਆਪਣੀ 85% ਤੇਲ ਜ਼ਰੂਰਤਾਂ ਅਤੇ 50% ਗੈਸ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦਰਾਮਦ ਤੇ ਨਿਰਭਰ ਹੈ। ਅਜਿਹੀ ਸਥਿਤੀ ਵਿੱਚ ਰੁਪਏ ਵਿੱਚ ਕਮਜ਼ੋਰੀ ਦਾ ਅਸਰ ਈਂਧਣ ਦੀਆਂ ਘਰੇਲੂ ਕੀਮਤਾਂ ਤੇ ਪੈ ਸਕਦਾ ਹੈ। ਮਿਲ ਮਾਲਿਕਾਂ ਦੇ ਸੰਗਠਨ ਸੋਲਵੈਂਟ ਐਕਸਟ੍ਰੈਕਟਰਸ ਐਸੋਸੀਏਸ਼ਨ ਆਫ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ BV ਮਹਿਤਾ ਨੇ ਕਿਹਾ ਕਿ ਇਸ ਨਾਲ ਦਰਾਮਦੀ ਖੁਰਾਕੀ ਤੇਲਾਂ ਦੀ ਲਾਗਤ ਵੱਲ ਵੱਧ ਜਾਵੇਗੀ। ਇਸ ਦਾ ਭਾਰ ਅੰਤ ਖਪਤਕਾਰ ਤੇ ਹੀ ਪਵੇਗਾ। ਅਗਸਤ 2022 ਵਿੱਚ ਬਨਸਪਤੀ ਤੇਲ ਦੀ ਦਰਾਮਦ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ 41.55% ਵੱਧ ਕੇ $1.99 ਅਰਬ ਰਹੀ। ਕੱਚੇ ਤੇਲ ਦੀ ਦਰਾਮਦ ਵਧਣ ਨਾਲ ਅਗਸਤ ਵਿੱਚ ਭਾਰਤ ਦਾ ਵਪਾਰ ਘਾਟਾ ਦੁੱਗਣੇ ਤੋਂ ਜ਼ਿਆਦਾ ਹੋ ਕੇ $27.98 ਅਰਬ ਹੋ ਗਿਆ। ਇਸ ਸਾਲ ਅਗਸਤ ਵਿੱਚ ਪੈਟਰੋਲੀਅਮ, ਕੱਚੇ ਤੇਲ ਅਤੇ ਉਤਪਾਦਾਂ ਦੀ ਦਰਾਮਦ ਸਾਲਾਨਾ ਆਧਾਰ ਤੇ 87.44% ਤੋਂ ਵੱਧ ਕੇ $17.7 ਅਰਬ ਹੋ ਗਈ। ਇਰਕਾ ਰੇਟਿੰਗ ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ ਕਿ ਜਿਣਸਾਂ ਦੀਆਂ ਕੀਮਤਾਂ ਵਿੱਚ ਕਮੀ ਦਾ ਮਹਿੰਗਾਈ ਤੇ ਜੋ ਅਨੁਕੂਲ ਅਸਰ ਪਿਆ ਸੀ ਉਹ ਰੁਪਏ ਵਿੱਚ ਗਿਰਾਵਟ ਦੀ ਵਜ੍ਹਾ ਨਾਲ ਕੁਝ ਪ੍ਰਭਾਵਿਤ ਹੋਵੇਗਾ।
SBI ਦੀ ਇੱਕ ਰਿਪੋਰਟ ਮੁਤਾਬਕ ਕੋਈ ਵੀ ਕੇਂਦਰੀ ਬੈਂਕ ਆਪਣੀ ਕਰੰਸੀ ਦੀ ਡੀਵੈਲੂਏਸ਼ਨ ਨੂੰ ਫਿਲਹਾਲ ਰੋਕ ਨਹੀਂ ਸਕਦਾ ਅਤੇ RBI ਵੀ ਸੀਮਿਤ ਮਿਆਦ ਲਈ ਰੁਪਏ ਵਿੱਚ ਗਿਰਾਵਟ ਹੋਣ ਦੇਵੇਗਾ। ਇਸ ਵਿੱਚ ਕਿਹਾ ਗਿਆ ਇਹ ਵੀ ਸੱਚ ਹੈ ਕਿ ਜਦੋਂ ਕਰੰਸੀ ਇੱਕ ਹੇਠਲੇ ਪੱਧਰ ਤੇ ਸਿਰ ਹੋ ਜਾਂਦੀ ਹੈ ਤਾਂ ਫਿਰ ਉਸ ਵਿੱਚ ਨਾਟਕੀ ਢੰਗ ਨਾਲ ਤੇਜ਼ੀ ਆਉਂਦੀ ਹੈ ਅਤੇ ਭਾਰਤ ਦੀ ਮਜ਼ਬੂਤ ਬੁਨਿਆਦ ਨੂੰ ਦੇਖਦੇ ਹੋਏ ਇਹ ਵੀ ਸੰਭਾਵਨਾ ਹੈ। ਰਿਪੋਰਟ ਵਿੱਚ ਕਿਹਾ ਗਿਆ ਕਿ ਰੁਪਏ ਦੀ ਕੀਮਤ ਵਿੱਚ ਇਹ ਗਿਰਾਵਟ ਡਾਲਰ ਦੀ ਮਜ਼ਬੂਤੀ ਦੀ ਵਜ੍ਹਾ ਨਾਲ ਆਈ ਹੈ, ਘਰੇਲੂ ਆਰਥਿਕ ਮੂਲਭੂਤ ਕਾਰਨਾਂ ਨਾਲ ਨਹੀਂ ਆਈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।